ਸਤਿ ਸ਼੍ਰੀ ਅਕਾਲ ਜੀ। ਖਬਰ ਖਾਸ ਲੈ ਕੇ ਮੈਂ ਹਾਜ਼ਰ ਹਾਂ। ਮੈਂ ਹਾਂ ਤੁਹਾਡੇ ਨਾਲ ਨਰਿੰਦਰਪਾਲ ਸਿੰਘ। ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦਾ ਮਸਲਾ ਹੁਣ ਹੋਰ ਭਖਦਾ ਜਾ ਰਿਹਾ ਹੈ। ਰੋਜ਼ਾਨਾ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਵਿੱਚ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜੋ ਇਹੀ ਸਾਬਿਤ ਕਰ ਰਿਹਾ ਹੈ ਕਿ ਪੁਲਿਸ ਦਾ ਲੋਕਾਂ ਵਿੱਚ ਕੋਈ ਡਰ ਨਹੀਂ ਬਚਿਆ। ਉਹ ਕਿਹੜੀਆਂ ਘਟਨਾਵਾਂ ਨੇ ਜੋ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੀਆਂ ਨੇ? ਉਸੇ ਤੇ ਹੈ ਸਾਡੀ ਅੱਜ ਦੀ ਖਾਸ ਪੇਸ਼ਕਸ਼, ਪੰਜਾਬ ਵਿੱਚ ਜੰਗਲ ਰਾਜ। ਅਰਾਜਕ ਹੋਇਆ ਪੰਜਾਬ, ਕਿੱਥੇ ਹੈ ਸੂਬਾ ਸਰਕਾਰ? ਬੇਲਗਾਮ ਹੋਇਆ ਪ੍ਰਸ਼ਾਸਨ, ਵੱਧ ਰਹੇ ਨੇ ਜੁਰਮ, ਕਾਨੂੰਨ ਵਿਵਸਥਾ ਦਾ ਨਿਕਲਿਆ ਦਮ। ਇਹ 5 ਤਸਵੀਰਾਂ ਪੰਜਾਬ ਦੇ ਵਿੱਚ ਫੈਲ ਰਹੀ ਅਰਾਜਕਤਾ ਦਾ ਇੱਕ ਵੱਡਾ ਨਮੂਨਾ ਨੇ, ਜਿਸ ਨੂੰ ਕਾਬੂ ਕਰਨ ਦੇ ਵਿੱਚ ਨਾ ਸਿਰਫ ਪੰਜਾਬ ਪੁਲਿਸ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ, ਸਗੋਂ ਪੰਜਾਬ ਸਰਕਾਰ ਦੀ ਨਾਕਾਮੀ ਵੀ ਇਹਨਾਂ ਤਸਵੀਰਾਂ ਦੇ ਵਿੱਚ ਜਗ ਜ਼ਾਹਰ ਹੋ ਰਹੀ ਹੈ। ਬਟਾਲਾ ਦੇ ਵਿੱਚ ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦੀ ਵਾਰਦਾਤ ਨੂੰ 3 ਦਿਨ ਲੱਗ ਚੁੱਕੇ ਨੇ, ਪਰ ਐਸਐਸਪੀ ਵੱਲੋਂ ਬਣਾਈਆਂ ਗਈਆਂ ਪੁਲਿਸ ਦੀਆਂ 5 ਟੀਮਾਂ ਅਜੇ ਤੱਕ 7 ਦੇ ਵਿੱਚੋਂ ਇੱਕ ਵੀ ਮੁਲਜ਼ਮ ਨੂੰ ਕਾਬੂ ਨਹੀਂ ਕਰ ਸਕੀਆਂ ਅਤੇ ਪਰਿਵਾਰ ਵੱਲੋਂ ਇਸ ਵਾਰਦਾਤ ਦੇ ਵਿੱਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਦੇ ਇਲਜ਼ਾਮ ਸਰਕਾਰ ਤੇ ਪੁਲਿਸ ਦੀ ਭੂਮਿਕਾ ਤੇ ਸਵਾਲ ਚੁੱਕ ਰਹੇ ਨੇ। ਸੰਗਰੂਰ ਦੇ ਵਿੱਚ ਦਲਿਤ ਸ਼ਖਸ ਜਗਮੇਲ ਸਿੰਘ ਤੇ ਜੋ ਤਸ਼ੱਦਦ ਢਾਈ ਗਈ, ਉਸਨੇ ਤਾਂ ਇਨਸਾਨੀਅਤ ਹੀ ਨਹੀਂ ਹੈਵਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਸੀ। ਸਮਾਜ ਦੇ ਕਾਣ ਦੀ ਇਸ ਘਟਨਾ ਦੇ ਵਿੱਚ ਵੀ ਸਿਆਸੀ ਸਰਪ੍ਰਸਤੀ ਦੇ ਇਲਜ਼ਾਮ ਲੱਗੇ ਅਤੇ ਇਨਸਾਫ ਦੇ ਲਈ ਪਰਿਵਾਰ ਨੂੰ ਸੜਕ ਤੇ ਧਰਨੇ ਲਾਉਣ ਲਈ ਮਜਬੂਰ ਹੋਣਾ ਪਿਆ। ਬਠਿੰਡਾ ਦੇ ਵਿੱਚ ਇੱਕ ਨੌਜਵਾਨ ਨੂੰ ਸਿਰਫ ਇਸ ਲਈ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਹ ਸਕੂਲੀ ਵਿਦਿਆਰਥਣਾਂ ਨਾਲ ਕੀਤੀ ਜਾ ਰਹੀ ਛੇੜਖਾਨੀ ਦਾ ਵਿਰੋਧ ਕਰ ਰਿਹਾ ਸੀ। ਇਹ ਵਾਰਦਾਤ ਵੀ ਇਸ ਗੱਲ ਦੀ ਤਸਦੀਕ ਕਰਨ ਲਈ ਕਾਫੀ ਹੈ ਕਿ ਅਸਮਾਜਿਕ ਤੱਤ ਹੁਣ ਬੇਲਗਾਮ ਨੇ ਤੇ ਕਿਸੇ ਨੂੰ ਵੀ ਕਾਨੂੰਨ ਦਾ ਡਰ ਭੈ ਨਹੀਂ। ਇਹ ਇਲਜ਼ਾਮ ਵਿਰੋਧੀ ਧਿਰਾਂ ਵੱਲੋਂ ਲਾਏ ਜਾ ਰਹੇ ਨੇ ਤੇ ਸਰਕਾਰ ਦੀ ਨਾਕਾਮੀ ਦੀ ਚਿੰਤਾ ਕੀਤੀ ਜਾ ਰਹੀ ਹੈ। ਇਹ ਸਾਰੇ ਜਿਹੜੇ ਇਨਸੀਡੈਂਟਸ ਹੋ ਰਹੇ ਨੇ, ਇਹ ਸਾਰੇ ਇੱਕ ਤੁਸੀਂ ਦੇਖੋਗੇ ਸੈੱਟ ਪੈਟਰਨ ਹੈ, ਜਿਹਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਸ ਦੀ ਸ਼ਹਿ ਦੇ ਉੱਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਕ੍ਰਾਈਮ ਕਰ ਰਹੇ ਨੇ, ਮਰਡਰ ਕਰ ਰਹੇ ਨੇ, ਲੋਕਾਂ ਨਾਲ ਧੱਕਾ ਕਰ ਰਹੇ ਨੇ, ਤੇ ਜਿਹੜੀ ਪੁਲਿਸ ਹੈ ਉਹ ਆਪਦੀ ਡਿਊਟੀ ਨਾ ਨਿਭਾਉਂਦੇ ਹੋਏ, ਮੈਂ ਕਹਿੰਦਾ ਪੁਲਿਸ ਦੀ ਫੰਕਸ਼ਨਿੰਗ ਟੋਟਲੀ ਕੰਪਰੋਮਾਈਜ਼ ਹੋ ਚੁੱਕੀ ਹੈ, ਇੰਡੀਪੈਂਡੈਂਟ ਨਹੀਂ ਰਹੀ। ਉਹਨਾਂ ਨੂੰ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਹ ਸਾਰੇ ਕ੍ਰਾਈਮ ਨੂੰ ਕਵਰ ਅਪ ਕਰਨ ਲਈ ਜਿਹੜੀ ਹੈ ਸਰਕਾਰ ਜਾਂ ਜਿਹੜੇ ਇਹਨਾਂ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹ ਪੁਲਿਸ ਨੂੰ ਵਰਤ ਰਹੇ ਨੇ। ਜਦੋਂ ਲੋਕਾਂ ਦਾ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਤੋਂ ਉੱਠ ਜਾਂਦਾ ਹੈ ਤਾਂ ਸਮਾਜ ਭੀੜ ਤੰਤਰ ਦਾ ਰੂਪ ਧਾਰਨ ਕਰ ਲੈਂਦੀ ਹੈ। ਤਰਨਤਾਰਨ ਤੋਂ ਸਾਹਮਣੇ ਆਇਆ ਇੱਕ ਵਾਇਰਲ ਵੀਡੀਓ ਵੀ ਇਸੇ ਗੱਲ ਦੀ ਤਸਦੀਕ ਕਰਦਾ ਹੈ। ਜਦੋਂ ਮਹਿਲਾ ਨਾਲ ਛੇੜਖਾਨੀ ਦੇ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਥਾਂ ਲੋਕਾਂ ਨੇ ਉਸ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ, ਉਸ ਦੀ ਕੁੱਟਮਾਰ ਤੋਂ ਬਾਅਦ ਉਸ ਨੂੰ ਨੰਗਾ ਕਰਕੇ ਵੀਡੀਓ ਵਾਇਰਲ ਕਰ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਤੋਂ ਆਮ ਜਨਤਾ ਇਨਸਾਫ ਦੀ ਉਮੀਦ ਨਹੀਂ ਰੱਖਦੀ, ਪਰ ਪਟਿਆਲਾ ਦੇ ਵਿੱਚ ਸਰਕਾਰ ਦੇ ਹੀ ਲੋਕ ਪ੍ਰਸ਼ਾਸਨ ਦੇ ਬੇਲਗਾਮ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਨੇ। ਇੱਥੋਂ ਤੱਕ ਕਿ ਵਿਧਾਇਕਾਂ ਦੇ ਫੋਨ ਟੈਪ ਕਰਨ ਤੱਕ ਦੇ ਇਲਜ਼ਾਮ ਲੱਗ ਰਹੇ ਨੇ। ਜਦੋਂ ਹਾਲਾਤ ਇਸ ਕਦਰ ਵਿਗੜ ਚੁੱਕੇ ਹੋਣ ਤਾਂ ਕਾਨੂੰਨ ਵਿਵਸਥਾ ਦਾ ਬੇੜਾ ਗਰਕ ਹੋਣਾ ਵੀ ਤੈਅ ਹੈ ਅਤੇ ਸਮਾਜ ਦੇ ਵਿੱਚ ਅਰਾਜਕਤਾ ਦਾ ਫੈਲਣਾ ਵੀ। ਪਰ ਇਸ ਸਭ ਤੋਂ ਬੇਫਿਕਰ ਮੁੱਖ ਮੰਤਰੀ ਸਾਹਿਬ ਵਿਦੇਸ਼ ਦੇ ਦੌਰੇ ਤੇ ਨੇ ਅਤੇ ਪੁਲਿਸ ਵਿਭਾਗ ਸੁੱਤਾ ਪਿਆ। ਬਿਊਰੋ ਰਿਪੋਰਟ, ਪੀਟੀਸੀ ਨਿਊਜ਼। ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ਵਿੱਚ 3 ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਸਭ ਦੇ ਵਿਚਾਲੇ ਦਲਬੀਰ ਸਿੰਘ ਦੇ ਪੁੱਤਰ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਮੰਤਰੀ ਸੁਖਜਿੰਦਰ ਰੰਧਾਵਾ ਤੇ ਸੰਗੀਨ ਇਲਜ਼ਾਮ ਲਗਾਏ ਨੇ ਅਤੇ ਇਨਸਾਫ ਦੀ ਮੰਗ ਕੀਤੀ ਹੈ। ਸਰਪੰਚ ਦੇ ਸਿਆਸੀ ਕਤਲ ਤੇ ਪਰਿਵਾਰ ਦਾ ਮੰਤਰੀ ਤੇ ਇਲਜ਼ਾਮ, ਡੀਜੀਪੀ ਨੂੰ ਪੱਤਰ ਲਿਖ ਕੀਤੀ ਮੰਗ, ਮੰਤਰੀ ਤੋਂ ਬਚਾਓ ਸਾਡੀ ਜਾਨ। ਬਟਾਲਾ ਦੇ ਪਿੰਡ ਢਿੱਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਦਾ ਮਾਮਲਾ ਭਖਦਾ ਜਾ ਰਿਹਾ ਹੈ। ਕਤਲ ਮਾਮਲੇ 'ਚ ਪੁਲਿਸ ਵੱਲੋਂ 3 ਕਾਂਗਰਸੀਆਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਪੂਰੇ ਮਾਮਲੇ ਤੇ ਪਰਿਵਾਰ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਗੰਭੀਰ ਇਲਜ਼ਾਮ ਲਗਾਏ ਨੇ। ਦਲਬੀਰ ਸਿੰਘ ਦੇ ਪਰਿਵਾਰ ਵੱਲੋਂ ਪਹਿਲੇ ਦਿਨ ਤੋਂ ਹੀ ਇਸ ਦੇ ਪਿੱਛੇ ਸਿਆਸੀ ਸਾਜ਼ਿਸ਼ ਨੂੰ ਵਜ੍ਹਾ ਦੱਸਿਆ ਜਾ ਰਿਹਾ ਸੀ।
ਹੁਣ ਮ੍ਰਿਤਕ ਦੇ ਪੁੱਤਰ ਨੇ ਇਸ ਸਭ ਦੇ ਪਿੱਛੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜ਼ਿੰਮੇਵਾਰ ਦੱਸਦੇ ਹੋਏ ਡੀਜੀਪੀ ਨੂੰ ਪੱਤਰ ਲਿਖ ਕਾਰਵਾਈ ਦੀ ਮੰਗ ਕੀਤੀ ਹੈ। ਸੰਦੀਪ ਸਿੰਘ ਨੇ ਇਸ ਚਿੱਠੀ 'ਚ ਉਸਦੇ ਪਿਤਾ ਦੀ 2004 'ਚ ਸੁਖਜਿੰਦਰ ਰੰਧਾਵਾ ਨਾਲ ਹੋਈ ਲੜਾਈ ਦਾ ਵੀ ਜ਼ਿਕਰ ਕੀਤਾ ਹੈ। ਸੰਦੀਪ ਸਿੰਘ ਨੇ ਲਿਖਿਆ ਕਿ ਮਈ 2004 'ਚ ਜਦੋਂ ਲੋਕ ਸਭਾ ਦੀ ਚੋਣ ਹੋਈ ਸੀ ਤਾਂ ਉਸ ਸਮੇਂ ਸਾਡੇ ਪਿੰਡ 'ਚ ਝਗੜਾ ਹੋਇਆ ਸੀ ਅਤੇ ਝਗੜੇ ਦੌਰਾਨ ਸੁਖਜਿੰਦਰ ਰੰਧਾਵਾ ਦੀ ਪੱਗ ਲੱਥ ਗਈ ਸੀ। ਉਸ ਸਮੇਂ ਸੁਖਜਿੰਦਰ ਰੰਧਾਵਾ ਨੇ ਮੇਰੇ ਦਾਦਾ ਸੰਤ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਤੂੰ ਪਹਿਲਾਂ 2 ਪੁੱਤ ਮਰਵਾ ਲਏ ਹਨ ਤੇ ਹੁਣ ਤੀਜੇ ਦੀ ਵਾਰੀ ਹੈ। ਉਸ ਤੋਂ ਬਾਅਦ ਸਤੰਬਰ 2004 'ਚ ਐਸਜੀਪੀਸੀ ਦੀ ਚੋਣ ਦੌਰਾਨ ਉਹਨਾਂ ਦੇ ਪਰਿਵਾਰ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ਲੋਕਾਂ ਨੇ ਮੇਰੇ ਪਿਤਾ ਦਾ ਕਤਲ ਕੀਤਾ ਹੈ ਉਹਨਾਂ ਨੂੰ ਸੁਖਜਿੰਦਰ ਰੰਧਾਵਾ ਦੀ ਸ਼ਹਿ ਹੈ। ਜਿਵੇਂ ਬੇਰਹਿਮੀ ਨਾਲ ਸਾਡੇ ਪਿਓ ਨੂੰ ਮਾਰਿਆ, ਸਾਨੂੰ ਉਹ ਮੁਲਜ਼ਮ ਚਾਹੀਦੇ ਨੇ, ਸਾਰੇ ਮੁਲਜ਼ਮ ਸਾਡੇ ਸਾਹਮਣੇ ਲਿਆਉਣ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਤਲ ਦੇ ਮਾਮਲੇ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਬਿਕਰਮ ਸਿੰਘ ਮਜੀਠੀਆ ਮੁਤਾਬਕ ਸੂਬੇ 'ਚ ਜੰਗਲ ਰਾਜ ਚੱਲ ਰਿਹਾ ਹੈ। ਮੰਤਰੀਆਂ ਦੀ ਸ਼ਹਿ ਤੇ ਵਿਰੋਧੀ ਧਿਰਾਂ ਦੇ ਵਰਕਰਾਂ ਤੇ ਹਮਲੇ ਕਰਵਾਏ ਜਾ ਰਹੇ ਨੇ। ਲਾਅ ਐਂਡ ਆਰਡਰ ਦਾ ਕਲੈਪਸ ਹੈ ਔਰ ਇਹ ਕਾਂਗਰਸ ਦੀ ਸਿਆਸੀ ਸਰਪ੍ਰਸਤੀ ਹੇਠ, ਕਿਉਂਕਿ ਥਾਣੇਦਾਰ ਵੀ ਇਹ ਲਵਾ ਰਹੇ ਆ, ਡੀਐਸਪੀ ਵੀ ਇਹ ਲਵਾ ਰਹੇ ਆ, ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਇਹ ਸਾਰੇ ਪੋਲੀਟੀਕਲ ਮਰਡਰ ਕਰਾਏ ਜਾ ਰਹੇ ਆ ਕਿ ਜਿਹੜਾ ਅੜਦਾ ਇਹਨਾਂ ਅੱਗੇ, ਜਿਹੜਾ ਕਾਂਗਰਸ ਦੀ ਗੱਲ ਨਹੀਂ ਮੰਨਦਾ, ਜਿਹੜਾ ਲੋਕਾਂ ਦੀ ਗੱਲ ਕਰੇ ਉਹਨੂੰ ਫਿਰ ਸਾਫ਼ ਕਰ ਦਿਓ। ਆ ਹੁਣੇ ਜਗਮੇਲ ਸਿੰਘ ਦਲਿਤ ਪਰਿਵਾਰ ਨਾਲ ਸੰਬੰਧਿਤ ਇੱਕ ਕੇਸ ਹੋਇਆ ਜੀ, ਉਹ ਕਿੱਡੀ ਬੇਰਹਿਮੀ ਨਾਲ ਉਹਦਾ ਕਤਲ ਹੋਇਆ। ਪਰ ਅੰਮ੍ਰਿਤਸਰ 'ਚ 3-4 ਕੇਸ ਹੋ ਗਏ। 78 ਸਾਲ ਦੇ ਬਜ਼ੁਰਗ ਫੇਰੋ ਚੀਚੀ ਸਾਹਿਬ ਨੂੰ ਕਤਲ ਕਰਤਾ ਗਿਆ। ਆ ਬੈਠੇ ਆ ਕੋਟਲੀ ਸੂਰਤ ਮੱਲਿਆ ਬੁੱਧ ਸ਼ੋਰੀ, ਇਹਨਾਂ ਦੀ ਪੱਗ ਲਵਾ ਕੇ ਇਹਨਾਂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਉਹ ਤਾਂ ਪੁਲਿਸ ਆ ਗਈ ਕੁਦਰਤੀ ਸਾਹਮਣੇ, ਕਿਉਂਕਿ ਥਾਣੇ ਦੇ ਸਾਹਮਣੇ ਹੋ ਰਿਹਾ। ਮੌਜੂਦਾ ਸਰਕਾਰ ਦੇ ਰਾਜ 'ਚ ਵਿਰੋਧੀ ਧਿਰਾਂ ਨਾਲ ਸੰਬੰਧਿਤ ਆਗੂਆਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹੀਆਂ ਘਟਨਾਵਾਂ ਲਗਾਤਾਰ ਸੁਰਖੀਆਂ ਬਣਦੀਆਂ ਰਹੀਆਂ ਨੇ। ਵੱਧਦੇ ਸਿਆਸੀ ਬਦਲਾਖੋਰੀ ਦੇ ਮਾਮਲੇ ਲੋਕ ਰਾਜ ਦੇ ਨਾਲ-ਨਾਲ ਸਮਾਜ ਲਈ ਵੀ ਘਾਤਕ ਨੇ। ਉਮੀਦ ਹੈ ਕਿ ਪਰਿਵਾਰ ਵੱਲੋਂ ਜਿਨ੍ਹਾਂ ਲੋਕਾਂ ਦੇ ਨਾਮ ਲਏ ਜਾ ਰਹੇ ਨੇ, ਸਰਕਾਰ ਤੇ ਪੁਲਿਸ ਉਹਨਾਂ ਤੇ ਸਖਤ ਕਾਰਵਾਈ ਕਰਕੇ ਦਿਖਾਵੇਗੀ। ਰਜਿੰਦਰਪਾਲ ਸਿੰਘ ਧਾਲੀਵਾਲ, PTC ਨਿਊਜ਼, ਬਟਾਲਾ। ਅਕਾਲੀ ਆਗੂ ਦਲਬੀਰ ਸਿੰਘ ਦੇ ਕਤਲ ਦੀ ਵਾਰਦਾਤ ਦੇ 72 ਘੰਟਿਆਂ ਬਾਅਦ ਵੀ ਪੁਲਿਸ ਦੇ ਖਾਲੀ ਹੱਥ ਕਈ ਸਵਾਲ ਖੜੇ ਕਰ ਰਹੇ ਨੇ। ਪੀੜਤ ਪਰਿਵਾਰ ਵੀ ਆਪਣੇ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ। ਅਜੇ ਵਿੱਚ ਦਲਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ SSP ਨਾਲ ਮੁਲਾਕਾਤ ਵੀ ਕੀਤੀ ਅਤੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ। ਟਕਸਾਲੀ ਅਕਾਲੀ ਆਗੂ ਜਥੇਦਾਰ ਦਲਬੀਰ ਸਿੰਘ, ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ, 3-4 ਦਿਨ ਦਾ ਸਮਾਂ ਬੀਤ ਚੁੱਕਿਆ, ਪਰਿਵਾਰ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਅੱਜ ਇਹ ਪਰਿਵਾਰ SSP ਬਟਾਲਾ ਦੇ ਦਫ਼ਤਰ ਵਿੱਚ ਪਹੁੰਚੇ ਨੇ ਔਰ ਪੁਲਿਸ ਅਧਿਕਾਰੀਆਂ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਹੈ। ਕੀ ਪ੍ਰਸ਼ਾਸਨ ਨੇ ਇਹਨਾਂ ਨੂੰ ਭਰੋਸਾ ਦਿੱਤਾ ਤੇ ਕੀ ਹੈ ਤੁਹਾਡੀ ਮੰਗ? 72 ਘੰਟੇ ਲੰਘ ਚੁੱਕੇ ਆ ਸਰ। ਉਹਨਾਂ ਨੇ SSP ਸਾਹਿਬ ਨੇ 48 ਘੰਟੇ ਦਾ ਟਾਈਮ ਲਿਆ ਸੀ ਸਾਡੇ ਕੋਲ। ਅਜੇ ਤੱਕ ਕੋਈ ਮੁਲਜ਼ਮ, ਕੋਈ ਕਿਸੇ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ ਜੀ। ਇਨਸਾਫ ਦੀ ਮੰਗ ਦੇ ਲੈ ਕੇ ਅਸੀਂ ਇਹਨਾਂ ਦੇ ਕੋਲ ਪੇਸ਼ ਹੋਏ ਹਾਂ। ਉਹਨਾਂ ਨੇ ਸਾਨੂੰ ਵਾਅਦਾ ਕੀਤਾ ਵੀ ਅਸੀਂ ਵਧੀਆ ਤਰੀਕੇ ਦੇ ਨਾਲ ਸਾਰੇ ਬੰਦੇ ਗ੍ਰਿਫਤਾਰ ਕਰਾਂਗੇ, ਤੁਹਾਨੂੰ ਇਨਸਾਫ ਦਿਵਾਵਾਂਗੇ। ਤੁਸੀਂ ਸੁਣਿਆ ਕਿ ਇਹ ਉਹਨਾਂ ਦੇ ਭਰਾ ਨੇ ਔਰ ਉਹਨਾਂ ਦੀ ਬੇਟੀ ਹੈ ਜਿਹੜੀ ਜਥੇਦਾਰ ਦਲਬੀਰ ਸਿੰਘ, 2 ਮਹੀਨੇ ਪਹਿਲਾਂ ਹੀ ਅਜੇ ਇਹਨਾਂ ਦਾ ਵਿਆਹ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਚੂੜਾ ਪਾਇਆ ਆ। 2 ਮਹੀਨੇ ਪਹਿਲਾਂ ਹੀ ਆਨੰਦ ਕਾਰਜ ਹੋਇਆ। ਬੜੇ ਚਾਈ ਘਰ ਦੇ ਵਿੱਚ ਮਾਹੌਲ ਸੀ ਔਰ ਜਿਸ ਦਿਨ ਇਹ ਹੱਤਿਆ ਹੋਈ ਆ, ਜਿਸ ਦਿਨ ਇਹ ਗੋਲੀकांड ਹੋਇਆ, ਜਿਸ ਦਿਨ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਉਸ ਦਿਨ ਵੀ ਘਰ ਦੇ ਵਿੱਚ ਭਨੇਵੀਂ ਦੇ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਸੀਗੀਆਂ। ਸਾਡੇ ਨਾਲ ਮੌਜੂਦ ਨੇ। ਹਾਂਜੀ, ਤੁਹਾਡੇ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ, ਉਹਨਾਂ 'ਤੇ ਹਮਲਾ ਹੋਇਆ, ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਹੈ। ਹੁਣ ਕੀ ਮੰਗ ਕਰਨੀ ਚਾਹੁੰਦੇ ਹੋ? ਸਰ, ਇਨਸਾਫ ਦੀ ਮੰਗ ਕਰਦੇ ਹੋ। ਅਸੀਂ ਕਰ ਵੀ ਕੀ ਸਕਦੇ? ਇਨਸਾਫ ਦਿਓ ਸਾਨੂੰ ਜਲਦੀ ਤੋਂ ਜਲਦੀ। ਜਿਵੇਂ ਬੇਰਹਿਮੀ ਨਾਲ ਸਾਡੇ ਪਿਓ ਨੂੰ ਮਾਰਿਆ, ਸਾਨੂੰ ਉਹ ਮੁਲਜ਼ਮ ਚਾਹੀਦੇ ਨੇ, ਸਾਰੇ ਮੁਲਜ਼ਮ ਸਾਡੇ ਸਾਹਮਣੇ ਲਿਆਉਣ। ਸਾਡੇ ਤੇ ਹੀ ਬੀਤਣੀ ਹੈ ਜੋ ਬੀਤਣੀ ਹੈ। ਸਾਡੇ ਪਿਓ ਦੇ ਹੁੰਦਿਆਂ ਤੇ ਸਾਨੂੰ ਕੋਈ ਟੈਨਸ਼ਨ ਹੀ ਨਹੀਂ। ਹੁਣ ਸਾਨੂੰ ਪਤਾ ਲੱਗਣਾ ਹੈ ਕਿ ਦੁਨੀਆਦਾਰੀ ਹੈ ਕੀ ਹੈ। ਤੁਸੀਂ ਸੁਣਿਆ ਕਿ ਜਥੇਦਾਰ ਦਲਬੀਰ ਸਿੰਘ, ਜਿਸ ਨੂੰ ਨਿਸ਼ਾਨਾ ਬਣਾਇਆ ਗਿਆ, ਮੌਤ ਦੇ ਘਾਟ ਉਤਾਰਿਆ ਗਿਆ। ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਨੇ। ਤੁਹਾਡੀ ਬੇਟੀ ਦਾ ਉਸ ਦਿਨ ਵਿਆਹ ਸੀਗਾ, ਸ਼ਗਨ ਸੀਗਾ, ਜਦੋਂ ਇਹ ਸਾਰੀ ਘਟਨਾ ਵਾਪਰੀ ਹੈ। ਹਾਂਜੀ। ਕਿਵੇਂ ਸਮਾਗਮ ਸੀ? ਕਿੰਨੇ ਵਜੇ ਦੀ ਘਟਨਾ ਵਾਪਰੀ ਸਰ? ਮਹਾਰਾਜ ਮੈਨੂੰ ਗੱਲ ਹੀ ਨਹੀਂ ਆਉਂਦੀ ਪਈ ਕਿ ਸਾਡਾ ਹੀਰਾ ਬੰਦਾ ਸੀ ਜਿਹੜਾ ਸਾਡੇ ਕੋਲ ਖੋਹ ਕੇ ਲੈ ਗਏ। ਮੈਂ ਕੁਝ ਨਹੀਂ ਕਹਿ ਸਕਦਾ। ਮੈਂ ਤੇ ਇਹਨਾਂ ਪਰਮਾਤਮਾ ਜਿਹੜੇ ਬੰਦੇ ਨੇ ਕੀਤਾ, ਇਹਨਾਂ ਨੂੰ ਤੂੰ ਪਛਾਣੀ, ਤੇ ਇਹਨਾਂ ਨੂੰ ਪੁਲਿਸ ਵਾਲਿਆਂ ਦੇ ਗਾੜੀ ਹੱਥ ਜੋੜ ਕੇ ਬੇਨਤੀ ਕਰਕੇ ਆਏ ਆ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਹੋਰ ਵੀ ਸਾਡੇ ਨਾਲ ਇਹਨਾਂ ਦੇ ਪਰਿਵਾਰ ਦੇ ਮੈਂਬਰ ਮੌਜੂਦ ਨੇ। ਹਾਂਜੀ, ਕੀ ਕਹਿਣਾ ਚਾਹੁੰਦੇ, ਕੀ ਮੰਗ ਕਰਨੀ ਚਾਹੁੰਦੇ ਹੋ? ਸਰ, ਸਾਡੀ ਇਹ ਮੰਗ, ਸਾਨੂੰ ਇਨਸਾਫ ਮਿਲੇ। ਸਰ, ਅੱਜ ਵੀ ਉਹਨਾਂ ਦੇ ਘਰ ਦੇ ਬੂਹੇ ਖੁੱਲੇ, ਦਾਦੀ ਉਹਨਾਂ ਦੇ ਘਰੇ ਆ, ਉਹਨੂੰ ਕਿਉਂ ਨਹੀਂ ਫੜਦੇ? ਉਹਨਾਂ ਨੂੰ ਜੇਲ੍ਹ ਸੁੱਟਣ। ਉਹ ਹਾਲੇ ਵੀ ਘਰੇ ਆ, ਫੋਨ ਉਹਨਾਂ ਦਾ ਕੋਲ ਆ,
ਪੁਲਿਸ ਕਿਉਂ ਨਹੀਂ ਕੁਝ ਕਰਨ ਦੀ। ਤੁਹਾਡੇ ਕੀ ਲੱਗਦੇ ਸਨ ਜਿਨ੍ਹਾਂ ਦੀ ਤਾਂ ਜੀ ਲੱਗਦੇ ਸਨ ਕੀ ਮੰਗ ਕਰਨੀ ਚਾਹੁੰਦੇ ਹੋ? ਇਨਸਾਫ ਮੰਗ ਕਰਦੇ ਪਰਿਵਾਰ ਦਾ ਜੀ ਚਲਾ ਗਿਆ ਪਰ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਤੁਸੀਂ ਇੱਕ ਡੀਜੀਪੀ ਨੂੰ ਦੁਬਾਰਾ ਇੱਕ ਚਿੱਠੀ ਵੀ ਲਿਖੀ ਹੈ, ਤੁਹਾਨੂੰ ਇੱਕ ਸ਼ੱਕ ਹੈ ਕਿ ਜਿਹੜੇ ਤੁਸੀਂ ਬਿਆਨ ਦਿੱਤੇ ਆ ਪੁਲਿਸ ਨੇ ਉਹ ਤਰੋੜ ਮਰੋੜ ਕੇ ਪੇਸ਼ ਕੀਤੇ ਆ, ਤੁਹਾਨੂੰ ਕਿਉਂ ਪੁਲਿਸ ਤੇ ਸ਼ੱਕ ਹੈ ਤੇ ਕਿਹਨੂੰ ਚਿੱਠੀ ਲਿਖੀ ਹੈ ਤੇ ਕੀ ਕਾਰਨ ਹੈ? ਸਰ ਜੋ ਬਿਆਨ ਅਸੀਂ ਲਿਖਾਉਣਾ ਚਾਹੁੰਦੇ ਹਾਂ ਸਾਡੇ ਉਹ ਹਿਸਾਬ ਦੇ ਨਾਲ ਬਿਆਨ ਨਹੀਂ ਦਿੱਤੇ ਗਏ। ਮਤਲਬ ਇਹ ਪੁਲਿਸ ਆਪਣੇ ਹਿਸਾਬ ਨਾਲ ਬਿਆਨ ਲਿਖੀ ਗਈ ਆ ਵੀ ਇਹਨਾਂ ਦੀ ਜ਼ਮੀਨ ਵੱਟ ਪਾਣੀ ਬੰਦੇ ਦਾ ਉਹ ਰੌਲਾ ਸੀਗਾ, ਉਹਦੇ ਕਰਕੇ ਇਹ ਕਤਲ ਹੋਇਆ। ਸਾਡੀ ਉਹਨਾਂ ਪਰਿਵਾਰ ਦੇ ਨਾਲ ਕੋਈ ਜ਼ਮੀਨ ਦਾ ਬੰਦਾ ਸਾਂਝਾ ਨਹੀਂ ਹੈਗਾ, ਕੋਈ ਪਾਣੀ ਦਾ ਝਗੜਾ ਨਹੀਂ ਆ, ਕੋਈ ਸਾਡੀ ਉਹਨਾਂ ਦੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈਗੀ। ਮਤਲਬ ਇਹ ਉਹਨਾਂ ਨੇ ਬਹੁਤ ਜ਼ਿਆਦਾ ਬੇਰਹਿਮੀ ਦੇ ਨਾਲ ਕਤਲ ਕੀਤਾ, ਸੋਚ ਸਮਝ ਕੇ ਕੀਤਾ ਵਾ। ਇਹ ਇਸ ਚੀਜ਼ ਦੇ ਪਿੱਛੇ ਕੋਈ ਸਿਆਸੀ ਹੱਥ ਹੈ ਜੀ। ਪੁਲਿਸ ਵੱਲੋਂ ਫਿਰ ਭਰੋਸਾ ਉਹਨਾਂ ਨੂੰ ਦਿੱਤਾ ਗਿਆ। ਹੁਣ ਇਹ ਵੇਖਣਾ ਬਾਕੀ ਹੋਵੇਗਾ ਕਿ ਕਦੋਂ ਤੱਕ ਜਿਹੜੀ ਪੁਲਿਸ ਇਸ ਪਰਿਵਾਰ ਨੂੰ ਨਿਆਂ ਦਿੰਦੀ ਆ, ਕਦੋਂ ਤੱਕ ਜਿਹੜੇ ਮੁਲਜ਼ਮ ਨੇ ਉਹ ਜਿਹੜੇ ਸਲਾਖਾਂ ਦੇ ਪਿੱਛੇ ਜਾਂਦੇ ਨੇ। ਪਰ ਅਜੇ ਤੱਕ ਜਿਹੜਾ ਆ ਇਹ ਰਹੱਸ ਜਿਉਂ ਦਾ ਤਿਉਂ ਹੀ ਕਾਇਮ ਹੈ ਕਿ ਕਿਉਂ ਜਿਹੜੀ ਆ ਪੁਲਿਸ ਦੇ ਹੱਥ ਜਿਹੜੇ ਉਹ ਕਥਿਤ ਕਾਤਲ ਜਿਹੜੇ ਨਹੀਂ ਲੱਗੇ, ਇਸ ਦੇ ਪਿੱਛੇ ਕੀ ਕਾਰਨ ਹੈ, ਇਹ ਹੁਣ ਸਾਰਾ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗਾ। ਸਹਿਯੋਗੀ ਕੈਮਰਾਮੈਨ ਪਰਮਿੰਦਰ ਦੇ ਨਾਲ ਰਜਿੰਦਰ ਧਾਲੀਵਾਲ, PTC ਨਿਊਜ਼, SSP ਦਫ਼ਤਰ ਬਟਾਲਾ। ਖਬਰ ਖਾਸ ਵਿੱਚ ਅਜੇ ਵੇਲਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਨੂੰ ਵਿਖਾਵਾਂਗੇ ਕਿ ਅਕਾਲੀ ਆਗੂ ਦੇ ਕਤਲ ਮਾਮਲੇ ਵਿੱਚ ਸਰਕਾਰ ਦੇ ਕਿਸ ਮੰਤਰੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਅਕਾਲੀ ਦਲ ਨੇ। ਬਟਾਲਾ ਵਿੱਚ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਗੰਭੀਰ ਇਲਜ਼ਾਮ ਲਗਾਏ ਨੇ। ਉਨ੍ਹਾਂ ਕਿਹਾ ਕਿ ਰੰਧਾਵਾ ਦੀ ਸ਼ਹਿ ਤੇ ਸਿਆਸੀ ਕਤਲ ਨੂੰ ਜ਼ਮੀਨੀ ਵਿਵਾਦ ਦੀ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਮੰਗ ਵੀ ਚੁੱਕੀ। ਦਲਬੀਰ ਸਿੰਘ ਢਿੱਲਵਾਂ ਜਿਹੜੇ ਸਾਡੇ ਸਰਕਲ ਦੇ ਪ੍ਰਧਾਨ ਵੀ ਰਹੇ ਆ, ਸਰਪੰਚ ਵੀ ਪਿੰਡ ਦੇ ਰਹੇ ਆ ਔਰ ਵਾਈਸ ਪ੍ਰੈਜ਼ੀਡੈਂਟ ਸਾਡੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਉਹ ਕੰਮ ਕਰ ਰਹੇ ਸੀ। ਲੰਮੇ ਸਮੇਂ ਤੋਂ ਉਹਨਾਂ ਨੇ ਜਿਹੜਾ ਉੱਥੋਂ ਦੇ ਕਾਂਗਰਸ ਦੇ ਮਿਨਿਸਟਰ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੀ ਧੱਕੇਸ਼ਾਹੀ ਦੇ ਖਿਲਾਫ ਅੱਜ ਦੀ ਨਹੀਂ ਲੰਮੇ ਸਮੇਂ ਤੋਂ ਉਸ ਧੱਕੇਸ਼ਾਹੀ ਦਾ ਉਹ ਆਵਾਜ਼ ਉਠਾਉਂਦੇ ਰਹੇ ਆ, ਉਹਦੇ ਖਿਲਾਫ ਲੜਾਈ ਲੜਦੇ ਰਹੇ ਆ ਔਰ ਅੱਜ ਉਹਨਾਂ ਦਾ ਬੇਰਹਿਮੀ ਨਾਲ ਕਤਲ ਹੁੰਦਾ ਔਰ ਕਤਲ ਤੁਸੀਂ ਵੇਖੋ, ਇਹ ਚਰਚਾ ਚੱਲਦੀ ਹੈ। ਪੁਲਿਸ ਤਾਂ 6 ਗੋਲੀਆਂ ਕਹਿ ਰਹੀਆਂ, ਕਹਿੰਦੇ ਜੀ 15 ਗੋਲੀਆਂ ਉਹਨੂੰ ਮਾਰੀਆਂ ਗਈਆਂ ਨੇ ਔਰ ਪੁਲਿਸ ਦਾ ਕਵਰ ਅਪ ਤੁਸੀਂ ਵੇਖੋ ਕਮਾਲ ਦਾ। ਬੰਦੇ ਦਾ ਕਤਲ ਹੁੰਦਾ ਜੀ 18 ਤਰੀਕ ਨੂੰ ਪੌਣੇ 9 ਵਜੇ 8:47 ਤੇ। ਆ ਅਖਬਾਰ ਅਗਲੇ ਦਿਨ ਦੀ ਹੈ, ਸਾਰੀਆਂ ਹੀ ਅਖਬਾਰਾਂ ਨੇ, ਮੈਂ ਇੱਕੋ ਹੀ ਕੱਢ ਕੇ ਲਿਆਇਆ। ਆ ਟ੍ਰਿਬਿਊਨ ਅਖਬਾਰ 'ਚ ਮੈਂ ਕਿਉਂਕਿ SSP ਸਾਹਿਬ ਦਾ ਵਰਜਨ ਹੈ ਮੈਂ ਪੜ੍ਹਨ ਲੱਗਿਆ। ਅਕਾਲੀ ਐਕਸ ਸਰਪੰਚ ਸ਼ਾਟ ਡੈਡ ਹੈਕਡ, ਅੱਗੇ SSP ਸਾਹਿਬ ਉਪਿੰਦਰਜੀਤ ਘੁੰਮਣ ਜਿਹੜੇ ਮੈਂ ਕਹਿ ਸਕਦਾ ਹਾਂ ਤਾਂ ਇੱਕ ਤਰੀਕੇ ਦੇ ਵਰਕਰ ਦੇ ਰੂਪ 'ਚ, ਬੁਲਾਰੇ ਦੇ ਰੂਪ 'ਚ ਪ੍ਰੋਫੈਸ਼ਨਲਿਜ਼ਮ ਤਾਂ ਛੱਡ ਹੀ ਦਿੱਤੀ ਹੈ। ਜਿਹੜਾ ਕਤਲ 8:47 ਤੇ ਹੋਇਆ, ਇਹ ਨਿਊਜ਼ ਰਿਪੋਰਟ ਜਪਿੰਦਰ ਜੀ ਤੁਸੀਂ ਬੈਠੇ ਹੋ, 10 ਵਜੇ ਤੱਕ ਫਾਈਲ ਹੋ ਗਈ ਹੋਣੀ ਗੁਰਦਾਸਪੁਰ ਤੋਂ। 8:47 ਦੇ ਮਰਡਰ ਤੇ 9 ਵਜੇ SSP ਨੇ ਆਪਦਾ ਵਰਜਨ ਵੀ ਦੇ ਦਿੱਤਾ, ਫੈਸਲਾ ਹੀ ਸੁਣਾਤਾ ਕਿ ਜਿਹੜਾ ਇਹ ਕਤਲ ਹੋਇਆ ਇਹ ਕਤਲ ਦਾ ਕਾਰਨ ਕਹਿੰਦੇ SSP ਬਟਾਲਾ ਉਪਿੰਦਰਜੀਤ ਘੁੰਮਣ ਰੂਲਡ ਆਊਟ ਐਨੀ ਪੋਲੀਟੀਕਲ ਮੋਟਿਵ ਬਿਹਾਈਂਡ ਦ ਕਿਲਿੰਗ ਆਫ ਦਲਬੀਰ ਸਿੰਘ ਢਿੱਲਵਾਂ who was the vice president of Gurdaspur unit of SAD and also two-time sarpanch। मतलब कि और कहते पुलिस से अकाली लीडर was shot dead after an altercation with his neighbor। ਇਹ ਤਾਂ ਉਹਨਾਂ ਨੇ ਉਸ ਦਿਨ ਹੀ 15 ਮਿੰਟਾਂ 'ਚ ਫੈਸਲਾ ਸੁਣਾਤਾ ਵਿਦਆਊਟ ਗੋਇੰਗ ਇਨਟੂ ਦ ਮੈਰਿਟਸ, ਵਿਦਆਊਟ ਪਰਿਵਾਰ ਨੂੰ ਮਿਲੇ ਬਗੈਰ, ਪਰਿਵਾਰ ਦਾ ਵਿਊ ਲਏ ਬਗੈਰ। ਪਤਾ ਨਹੀਂ ਐਡੀ ਇਨਕੁਆਇਰੀ ਤਾਂ ਮੈਂ ਕਹਿੰਦਾ CIA ਤੋਂ ਨਹੀਂ ਹੁੰਦੀ ਹੋਣੀ, FBI ਤੋਂ ਨਹੀਂ ਹੁੰਦੀ ਹੋਣੀ ਜਿਹੜੀ ਘੁੰਮਣ ਸਾਹਿਬ ਨੇ ਕਰਤੀ। ਇੰਨੀ ਛੱਤ ਮਤਲਬ 13 ਮਿੰਟਾਂ ਦੇ ਅੰਦਰ ਅੰਦਰ ਫੈਸਲਾ ਸੁਣਾਤਾ। ਫਿਰ ਵੱਡੀ ਗੱਲ ਵੇਖੋ, ਅਗਲੇ ਦਿਨ ਇਹ ਮੈਂ SSP ਸਾਹਿਬ ਨਾਲ ਜਦ ਆਪ ਗੱਲ ਕੀਤੀ ਨਾ, SSP ਸਾਹਿਬ ਨੇ ਕੀ ਕੀਤਾ, ਵਿਦਆਊਟ ਗੋਇੰਗ ਟੂ ਦ ਪਲੇਸ, ਮੌਕੇ ਤੇ
ਸਾਰਿਆਂ ਕੋਲ ਜਾ ਕੇ ਪੁੱਛਗਿੱਛ ਕਰਨ ਤੋਂ ਬਗੈਰ ਵਿਦਆਊਟ ਰਿਕਾਰਡਿੰਗ ਅ ਸਿੰਗਲ ਸਟੇਟਮੈਂਟ ਅਕਿਊਜ਼ਡ ਫੜੇ ਨਹੀਂ ਗਏ ਹੈ। ਹਲੇ ਤੱਕ ਕੋਈ ਅਰੈਸਟ ਹੋਇਆ ਨਹੀਂ ਹੈ, ਮਗਰ ਉਹਨਾਂ ਨੇ ਆਪ ਦਾ ਫੈਸਲਾ ਸੁਣਾਤਾ ਕਿ ਇਹ ਤਾਂ ਜੀ ਇਹਨਾਂ ਦੀ ਵੱਟ ਦੀ ਲੜਾਈ ਸੀ, ਜ਼ਮੀਨ ਦੀ ਲੜਾਈ ਸੀ, ਇਹ ਪੋਲੀਟੀਕਲ ਮਰਡਰ ਹੈ ਹੀ ਕੋਈ ਨਹੀਂ। 72 ਘੰਟੇ ਹੋ ਗਏ, ਕੋਈ ਅਰੈਸਟ ਨਹੀਂ ਹਲੇ ਤੱਕ ਹੋਇਆ। ਔਰ ਅਰੈਸਟ ਹੋਣੇ ਕਿੱਥੇ ਹੈ? ਪੁਲਿਸ ਉਹਨਾਂ ਨੂੰ ਬਚਾਉਣ 'ਚ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਮਿਨਿਸਟਰ ਦੇ ਆਖੇ 'ਤੇ। ਫਿਰ ਇਹ ਫੈਸਲਾ ਸੁਣਾਤਾ। ਔਰ ਮੈਂ ਬਾਰ-ਬਾਰ ਕਹਾਂ, ਤੁਸੀਂ ਦੇਖੋ ਪਾਣੀ ਦੇ ਤੇ ਵੱਟ ਦੇ ਰੌਲੇ ਪੰਜਾਬ 'ਚ ਕਦੇ ਤੁਸੀਂ ਸੁਣਿਆ ਕਿ 15 ਗੋਲੀਆਂ ਔਰ ਉਸ ਬੰਦੇ ਦੀਆਂ ਬੋਟੇ ਕੀਤੇ, ਉਹਦੀਆਂ ਲੱਤਾਂ ਦੇ ਮੈਨੂੰ ਲੱਗਦਾ ਪਤਾ ਨਹੀਂ 8 ਜਾਂ 10 ਟੁਕੜੇ ਧੌਣ ਉਹਦੀ ਬਾਡੀ ਤੋਂ ਅੱਡ ਕਰਤੀ ਹੈ। ਔਰ ਮੈਨੂੰ ਇਹ ਨਹੀਂ, ਨਾ ਪਿੰਡ ਵਾਲਿਆਂ ਨੂੰ ਸਮਝ ਆ ਰਹੀ ਹੈ, ਨਾ ਇਲਾਕੇ ਵਾਲਿਆਂ ਨੂੰ ਸਮਝ ਆ ਰਹੀ ਹੈ ਕਿ ਵੱਟ ਦਾ ਰੌਲਾ ਪਾ ਕੇ ਕੋਈ ਇਸ ਬੇਰਹਿਮੀ ਨਾਲ ਕਤਲ ਹੋਏ ਅੱਜ ਤੱਕ। ਔਰ ਵੱਡੀ ਗੱਲ, ਇਹ ਵੱਟ ਦੇ ਰੌਲੇ ਦੀ ਗੱਲ ਕਰਦੇ, ਹੁਣ ਮੈਂ ਉਹ ਸ਼ਿਜਰਾ ਹੀ ਲੈ ਕੇ ਆਇਆ ਜਸਟ ਟੂ ਗਿਵ ਯੂ ਐਨ ਇਨਫੋਰਮੇਸ਼ਨ। ਇਹ ਉਹਦੇ ਤੇ ਤਾਂ ਨਹੀਂ ਚੱਲੂ, ਮੈਂ ਤੁਹਾਨੂੰ ਦੱਸ ਦੇਣਾ, ਦਿਸ ਇਜ਼ ਦਾ ਲੈਂਡ। ਇਹ ਜਿਹੜੀ ਹਰੇ 'ਚ ਹੈ ਜ਼ਮੀਨ, ਇਹ ਜ਼ਮੀਨ ਹੈ ਦਲਬੀਰ ਸਿੰਘ ਦੀ। ਔਰ ਜਿਹੜੀ ਪਿੰਕ 'ਚ ਹੈ ਜ਼ਮੀਨ, ਇਹ ਜ਼ਮੀਨ ਹੈ ਉਹਨਾਂ ਅਕਿਊਜ਼ਡ ਦੀ। ਹੁਣ ਤੁਸੀਂ ਦੱਸੋ ਕੋਈ ਵੱਟ ਦਾ ਰੌਲਾ ਹੈ ਕਿ ਨਹੀਂ? ਵਿੱਚ 2 ਕਿੱਲੇ ਜ਼ਮੀਨ ਆ, ਮੈਂ ਸ਼ਿਜਰਾ ਕੱਢ ਕੇ ਲਿਆ ਰੈਵਨਿਊ ਰਿਕਾਰਡ। ਕੀ ਐਸਐਸਪੀ ਸਾਹਿਬ ਇਹਨੂੰ ਵੀ ਹੁਣ ਡਿਸਪਿਊਟ ਕਰ ਦੇਣਗੇ? ਇਹ ਸਰਕਾਰੀ ਰੈਵਨਿਊ ਰਿਕਾਰਡ ਹੈ ਵਿਦਆਊਟ ਗੋਇੰਗ ਇਨਟੂ ਦਾ ਮੈਰਿਟਸ। ਪਰਿਵਾਰ 'ਚ ਕੱਲੀ ਉਹਦੀ ਵਾਈਫ ਦੀ ਵੀ ਵਿਚਾਰੀ ਦੀ ਕੈਂਸਰ ਨਾਲ ਡੈਥ ਹੋ ਗਈ, ਉਹਦੇ ਕੱਲੇ ਬੱਚੇ ਨੇ, ਉਹ ਬੱਚੇ ਰੋ ਕੇ ਦੁਖੀ ਆ ਗਏ, ਉਹਨਾਂ ਦੀ ਪੁਲਿਸ ਗੱਲ ਸੁਣ ਕੇ ਰਾਜੀ ਕੋਈ ਨਹੀਂ। ਵਾਏ ਮੈਂ ਤੁਹਾਨੂੰ 2004 ਤੱਕ ਲਿਜਾ ਰਿਹਾ ਕਿਉਂਕਿ ਤੁਹਾਨੂੰ ਇਹ ਸਮਝ ਆਉਣੀ ਚਾਹੀਦੀ ਕਿ ਰੰਧਾਵਾ ਸਾਹਿਬ ਨੂੰ ਦਲਬੀਰ ਸਿੰਘ ਨਾਲ ਪ੍ਰੋਬਲਮ ਕੀ ਸੀ। 2004 'ਚ ਵਿਨੋਦ ਖੰਨੇ ਦੀ ਚੋਣ ਹੋ ਰਹੀ ਸੀ ਔਰ ਇਹ ਖਬਰਾਂ ਤੁਸੀਂ ਕੱਢ ਵੀ ਲਿਓ, ਮੈਂ ਵੀ ਖਬਰਾਂ ਕੱਢ ਰਿਹਾ, ਮੈਂ ਤੁਹਾਨੂੰ ਦੇ ਵੀ ਦਊਂਗਾ। ਕਾਂਗਰਸ ਦੀ ਸਰਕਾਰ ਸੀ, ਸੁਖਜਿੰਦਰ ਸਿੰਘ ਰੰਧਾਵਾ ਉਦੋਂ ਚੀਫ ਪਾਰਲੀਮੈਂਟਰੀ ਸੈਕਟਰੀ ਸਨ। ਔਰ ਜਿਹੜਾ ਇਹ ਪਿੰਡ ਹੈ ਢਿਲਵਾਂ, ਇਹ ਢਿਲਵਾਂ ਪਿੰਡ ਤੇ ਧਾਰੋਵਾਲੀ ਪਿੰਡ ਜਿਹੜਾ ਰੰਧਾਵਾ ਸਾਹਿਬ ਦਾ 3 ਕਿਲੋਮੀਟਰ ਦੇ ਵੱਧ ਤੋਂ ਵੱਧ ਫਾਸਲੇ 'ਚ ਹੈ। ਔਰ ਇਸ ਪਿੰਡ 'ਚ ਬੂਥ ਕੈਪਚਰਿੰਗ ਕਰਨ ਵਾਸਤੇ ਸੁਖਜਿੰਦਰ ਸਿੰਘ ਰੰਧਾਵਾ ਆਏ ਸੀ। ਉੱਥੇ ਤਲਖੀਬਾਜ਼ੀ ਹੋਈ, ਲੜਾਈ ਝਗੜਾ ਹੋਇਆ, ਸੁਖਜਿੰਦਰ ਸਿੰਘ ਰੰਧਾਵਾ ਦੀ ਪੱਗ ਲੱਥੀ। ਔਰ ਉਹ ਜਦ ਪੱਗ ਲੱਥੀ ਤੇ ਉਹਨੇ ਦਲਬੀਰ ਸਿੰਘ ਢਿਲਵਾਂ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਇਆ ਔਰ ਸੰਤ ਸਿੰਘ ਨੂੰ, ਇਹਦੇ ਬਜ਼ੁਰਗ ਨੂੰ, ਕਿ ਤੁਹਾਡੇ ਕਰਕੇ ਮੇਰੀ ਪੱਗ ਲੱਥੀ ਆ। ਔਰ ਉੱਥੇ ਇਹ ਜਦੋਂ ਉਹ ਪੱਗ ਲੱਥੀ ਕਿਉਂਕਿ ਇਹਨੇ ਜਾ ਕੇ ਸੰਤ ਸਿੰਘ ਜਿਹੜਾ 65 ਈਅਰ ਓਲਡ ਬਜ਼ੁਰਗ ਸੀ ਆਪਣੇ ਦਾ ਦਲਬੀਰ ਦਾ, ਉਹਨੂੰ ਕਹਿੰਦੇ ਕਿ ਤੂੰ 2 ਮੁੰਡੇ ਮਰਵਾ ਲਏ, ਹੁਣ ਤੀਜਾ ਮਰਵਾਉਣਾ। ਇੱਥੋਂ ਲੜਾਈ ਵੱਧ ਗਈ ਔਰ ਲੜਾਈ ਹੁੰਦੀ ਉਹਦੀ ਸੁੱਖੀ ਰੰਧਾਵੇ ਦੀ ਪੱਗ ਲੱਥ ਗਈ। ਔਰ ਉਸ ਤੋਂ ਬਾਅਦ ਦੇਖੋ SGPC ਦੀ ਚੋਣ ਆਈ, ਉਦੋਂ ਵੀ CIA ਫੜਾਇਆ, ਪਰਚਾ ਦਰਜ ਨਹੀਂ ਕੀਤਾ, ਉਦੋਂ ਹੀ CIA ਨੂੰ ਚੁਕਾ ਤੇ ਚੰਗੀ ਤਰ੍ਹਾਂ ਕੁਟਾਏ ਦਲਬੀਰ ਹੁਰੀ। ਔਰ ਉਸ ਤੋਂ 2-3 ਮਹੀਨੇ ਬਾਅਦ ਹੁਣ ਮੈਂ FIR ਦੀ ਕਾਪੀ ਦੇਣ ਲੱਗਾ, FIR ਨੰਬਰ ਪੜ੍ਹ ਦਿਓ। ਔਰ FIR ਦਰਜ ਹੁੰਦੀ ਹੈ ਔਰ ਤੁਸੀਂ ਹੈਰਾਨ ਹੋ ਜਾਓਗੇ, 10 ਮੈਂਬਰਾਂ ਤੇ ਦਰਜ ਹੁੰਦੀ ਹੈ, 10 ਦੇ 10 ਹੀ ਦਲਬੀਰ ਸਿੰਘ, ਉਹਦੇ ਭਰਾ, ਉਹਦਾ ਬਜ਼ੁਰਗ, ਉਹਦੀ ਮਾਸੀ ਦੇ ਮੁੰਡੇ, ਉਹਦਾ ਜੀਜਾ, ਉਹ ਸਾਰਾ ਹੀ ਤੁਹਾਨੂੰ ਡਿਟੇਲ ਮੈਂ ਦੇ ਰਿਹਾ, ਉਹ ਵੀ ਸੁਣ ਲਿਓ ਜੀ। ਪਹਿਲਾਂ MP ਇਲੈਕਸ਼ਨ ਪੱਗ ਲੱਥਣੀ, 7 'ਚ SGPC ਦੀ ਚੋਣ 'ਚ ਪਰਚਾ ਦਰਜ ਕਰਾਉਣਾ 3 ਮਹੀਨੇ ਬਾਅਦ ਹੀ, ਉਹਨਾਂ ਨੂੰ ਕਟਾਣਾ, ਅੰਦਰ ਰੱਖਣਾ। ਔਰ 7 'ਚ ਸਰਕਾਰ ਬਦਲਦੀ ਹੈ, 7 ਤੋਂ ਲੈ ਕੇ 17 ਤੱਕ ਉੱਥੇ ਸ਼ਾਂਤੀ ਰਹਿੰਦੀ ਹੈ। ਔਰ ਅੱਜ 19 'ਚ ਉਹ ਪੱਗ ਲੱਥੀ ਦਾ ਅੱਜ ਬਦਲਾ ਲੈਂਦਿਆਂ ਹੋਇਆ ਇਹ ਗੱਲ ਬਣਾ ਰਹੇ ਜੀ ਇਹ ਵੱਟ ਦਾ ਰੌਲਾ। ਮੈਂ ਸ਼ਿਜਰਾ ਤੁਹਾਨੂੰ ਵਿਖਾਤਾ ਕਿ ਹੈ ਹੀ ਨਹੀਂ, 2 ਕਿੱਲੇ ਨੇ, ਕਿੱਲਾ 2 ਕਿੱਲੇ ਵਿੱਚ ਜ਼ਮੀਨ ਹੈ। ਔਰ ਇਹ ਸਿਰਫ ਤੇ ਸਿਰਫ ਸਿਆਸੀ ਕਤਲ ਕਰਾਇਆ ਗਿਆ। ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਦੀ ਬੂਥ ਕੈਪਚਰਿੰਗ ਵੇਲੇ ਪੱਗ ਲੱਥੀ ਸੀ ਔਰ ਜੋ ਇਹ ਸੰਤਾ ਸਿੰਘ ਨੂੰ, ਇਹਦੇ ਬਜ਼ੁਰਗ ਨੂੰ, ਜਿਹੜੇ ਅੱਜ ਇਸ ਦੁਨੀਆ 'ਚ ਨਹੀਂ, ਉਹਨੂੰ ਕਿਹਾ ਸੀ ਕਿ ਤੂੰ 2 ਮਰਵਾ ਲਿਆ, ਤੀਜਾ ਵੀ ਮਰਵਾਉਣਾ ਹੈ। ਔਰ ਅੱਜ ਸਿੱਧ ਕਰਤਾ ਕਿ ਆ ਮੈਂ ਮਾਰਤਾ, ਹੁਣ ਕਰ ਲਓ ਜੋ ਕਰਨਾ। ਔਰ ਮੈਨੂੰ ਹੈਰਾਨਗੀ ਹੁੰਦੀ ਹੈ ਕਿ SSP ਸਾਹਿਬ ਵਿਦਆਊਟ ਐਨੀ ਇਨਵੈਸਟੀਗੇਸ਼ਨ, ਵਿਦਆਊਟ ਐਨੀ ਇੰਟਰੋਗੇਸ਼ਨ, ਆਪਦਾ ਉਹਨਾਂ ਨੇ ਫੈਸਲਾ ਹੀ ਸੁਣਾਤਾ। ਐਡੀ ਛੇਤੀ ਤਾਂ FBI ਤੋਂ ਨਹੀਂ ਸੁਣਾਇਆ ਗਿਆ ਹੋਣਾ 13 ਮਿੰਟਾਂ 'ਚ ਕਿ ਇਹ ਤਾਂ ਵੱਟ ਦਾ ਰੌਲਾ। ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।